स्टूडियो चैनल ਦੇ ਵਿੱਚ ਤੁਹਾਡਾ ਸਵਾਗਤ ਹੈ। बेटा ਆਪਾਂ 10th ਕਲਾਸ ਦਾ ਸਾਇੰਸ ਦਾ 11th ਲੈਸਨ ਉਹ ਕਰ ਰਹੇ ਹਾਂ। ਉਸ ਦਾ ਅੱਜ 3rd ਲੈਕਚਰ ਹੈ। ਲੈਸਨ ਹੈ ਦ ਹਿਊਮਨ ਆਈ ਐਂਡ ਦ ਕਲਰਫੁਲ ਵਰਲਡ। ਇਹਦੇ ਵਿੱਚ ਬੇਟਾ ਆਪਾਂ ਪਹਿਲਾਂ ਆਈ ਦੀ ਸਟਰਕਚਰ ਤੇ डिफेक्ट्स ऑफ आई ਜਿਹੜੇ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ। जो ਹੁਣ ਨੈਕਸਟ ਟੌਪਿਕ ਹੈ ਉਹ ਹੈ ਰਿਫਰੈਕਸ਼ਨ ਆਫ ਲਾਈਟ ਟੂ ਏ ਗਲਾਸ ਪ੍ਰਿਜ਼ਮ। ਰਿਫਰੈਕਸ਼ਨ ਬਾਰੇ ਪੜ੍ਹਨ ਤੋਂ ਪਹਿਲਾਂ ਥੋੜਾ ਸਾਨੂੰ ਪ੍ਰਿਜ਼ਮ ਬਾਰੇ ਪਤਾ ਹੋਣਾ ਚਾਹੀਦਾ ਕਿ ਵਾਟ ਇਜ਼ ਪ੍ਰਿਜ਼ਮ। ਲਾਸਟ ਚੈਪਟਰ ਦੇ ਵਿੱਚ ਆਪਾਂ ਰਿਫਰੈਕਸ਼ਨ ਕੀਤੀ ਸੀ ਥਰੂ ਏ ਗਲਾਸ ਲੈਬ, ਓਕੇ। और ग्लास लैब ਦੇ ਵਿੱਚ और प्रिज्म ਦੇ ਵਿੱਚ बहुत डिफरेंस है। ये जरूर है कि दोनों ग्लासेस है और दोनों ट्रांसपेरेंट है, दोनों ਦੇ ਵਿੱਚੋਂ लाइट पास ਹੁੰਦੀ है और रिफ्रैक्शन ਹੁੰਦੀ लाइट। बट मेन डिफरेंस जो है ग्लास स्लैब ਦੇ ਵਿੱਚ और प्रिज्म ਦੇ ਵਿੱਚ ਉਹ ਇਹ ਹੈ कि ग्लास स्लैब ਦੀ अगर ਆਪਾਂ ਗੱਲ ਕਰੀਏ, ग्लास स्लैब ਬਾਰੇ ਆਪਾਂ ਪੜ੍ਹਿਆ ਸੀ कि ਉਹਦੀਆਂ ਜਿਹੜੀਆਂ ऑपोजिट ਸਰਫੇਸਿਸ है वो एक दूसरे के पैरेलल होनी है, ओके। जिस साइड तो लाइट आ रही है, इंसिडेंट रे आ रही है, और तो जितों इमर्ज हो रही है लाइट, इमर्जेंट रे या इंसिडेंट रे या दे आर वो सर्फेसिस ਜਿਹੜੀਆਂ है दे आर पैरेलल टू ईच अदर। बट इन केस ऑफ ग्लास प्रिज्म ਜਿਹੜੀਆਂ ऑपोजिट सर्फेसिस है जिन्हां ਦੇ ਵਿੱਚੋਂ लाइट पास हो रही आ, दे आर नॉट पैरेलल टू ईच अदर, ओके। वो एक पर्टिकुलर एंगल ते इनक्लाइंड ਹੁੰਦੀ ਉਹ ਝੁਕੀਆਂ ਹੋਈਆਂ ਹੁੰਦੀਆਂ, ਓਕੇ। ਉਹਨਾਂ ਦਾ ਇੱਕ ਪਾਰਟਿਕੂਲਰ ਐਂਗਲ ਹੋਆ ਜਿਹਦੇ ਅਕੋਰਡਿੰਗਲੀ ਉਹ ਇਨਕਲਾਈਨਡ ਹੈ, ਪੈਰਲਲ ਨਹੀਂ ਹੈ, ਜਿੱਦਾਂ ਮੈਂ ਡਾਇਗਰਾਮ ਡਰਾ ਕੀਤੀ ਹੋਈ ਹੈ, ਓਕੇ। ਇਸ ਡਾਇਗਰਾਮ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਇੱਕ ਆਹ ਸਰਫੇਸ ਹੈ। ਅਗਰ ਆਪਾਂ ਪ੍ਰਿਜ਼ਮ ਦੀ ਸਟਰਕਚਰ ਦੇਖੀਏ ਕਿ ਮੇਰੇ ਕੋਲ ਪ੍ਰਿਜ਼ਮ ਹੈ ਇੱਕ, ਦੇਖੋ ਦਿਸ ਇਜ਼ ਪ੍ਰਿਜ਼ਮ। ਇਹ ਤੁਹਾਡੇ ਮੈਂ ਅੱਗੇ ਸਰਫੇਸ ਜੋ ਕੀਤੀ ਹੈ ਦਿਸ ਇਜ਼ ट्रायंगुलर सरफेस, ओके। एक ट्रायंगुलर सरफेस ਦੇ ਅੱਗੇ ਹੈ, ਇੱਕ ਇਹਦੇ ਪਿੱਛੇ ਹੈ, ਓਕੇ। ਇਹ ਹੁਣ ਮੈਂ ट्रायंगुलर स्ट्रक्चर ਇਹ ਬਣਾਈ ਹੋਈ ਹੈ ਲਾਈਕ ਦਿਸ, ਓਕੇ। ट्रायंगल ਹੈ और ਆ ਜਿਹੜੀਆਂ ਸਰਫੇਸਿਸ ਹੈ ਸਾਈਡਸ ਵਾਲੀਆਂ 1 2 ਐਂਡ 3, 1 2 ਐਂਡ 3, ਇਹ ਤਿੰਨ ਸਰਫੇਸਿਸ ਜਿਹੜੀਆਂ ਪ੍ਰਿਜ਼ਮ ਦੀਆਂ ਇਹ ਰੈਕਟੈਂਗੂਲਰ ਹੁੰਦੀਆਂ, ਓਕੇ। ਹੁਣ ਇਹ ਜੋ ਮੈਂ ਡਾਇਗਰਾਮ ਬਣਾਈ ਹੈ ਇੱਕ ट्रायंगुलर ਸਰਫੇਸ ਬਣਾਈ ਹੋਈ ਹੈ, ਇੱਕ ट्रायंगुलर ਸਰਫੇਸ ਦੇ ਪਿੱਛੇ ਹੈ, ਓਕੇ। ਦੋ ਮੈਂ ਰੈਕਟੈਂਗੂਲਰ ਸਰਫੇਸ ਬਣਾਈ ਹੈ, ਇੱਕ ਰੈਕਟੈਂਗੂਲਰ ਸਰਫੇਸ ਦੇ ਨੀਚੇ ਹੈ, ਜੇ ਪ੍ਰਿਜ਼ਮ ਦੇ ਅਕੋਰਡਿੰਗਲੀ ਦੇਖ ਲਈਏ। ਹੁਣ ਇਹ ਜਿਹੜੀਆਂ ਆਪੋਜ਼ਿਟ ਸਰਫੇਸਿਸ ਹੈ ਦੋ ਫੇਸਿਸ ਬਣਾਏ ਹੋਏ, ਮੈਂ ਲਿਖਿਆ ਹੋਇਆ F1 ਐਂਡ F2। one face is this one, the second face is this one। तो ਲਾਈਟ ਜਿਹੜੀ ਆ ਇਹਦੇ ਉੱਪਰ ਪਏਗੀ, ਇੱਕ ਇਨਸੀਡੈਂਟ ਰੇ ਇਧਰੋਂ ਆਈ, ਮੰਨ ਲਓ ਇਸ ਸਾਈਡ ਤੋਂ ਇਨਸੀਡੈਂਟ ਰੇ ਆ ਰਹੀ ਆ, इस सरफेस तो वो रिफ्रैक्ट होके अंदर जाएगी प्रिज्म दे और फिर इस सरफेस तो इमर्ज होएगी, इस सरफेस तो अंदर जाएगी और इस सरफेस तो इमर्ज होएगी, ओके। और ए सरफेस दिस इज F1 और ए सरफेस दिस इज F2 एक दूसरे के पैरेलल नहीं हैगी, दे आर नॉट पैरेलल टू ईच अदर, ओके। स्लैब ਦੇ ਵਿੱਚ ਆਪਾਂ ਕਿਹਾ ਸੀ ਕਿ ਪੈਰਲਲ ਹੈ, ਦੈਟਸ ਵਾਈ ਕਿ ਜਦੋਂ ਯਾਦ ਕਰੋ ਕਿ ਜਦੋਂ ਆਪਾਂ ਸਲੈਬ ਦੇ ਵਿੱਚੋਂ ਰਿਫਰੈਕਸ਼ਨ ਕੀਤੀ ਸੀ, ਆਪਾਂ ਕਿਹਾ ਸੀ ਲਾਈਟ ਗਈ, ਓਕੇ, ਮੀਡੀਅਮ ਚੇਂਜ ਹੋਇਆ, ਬੈਂਡ ਹੋਈ ਔਰ ਫਿਰ ਇਮਰਜ ਹੋਈ। ਆ ਇਨਸੀਡੈਂਟ ਰੇ ਤੇ ਆ ਇਮਰਜੈਂਟ ਰੇ ਇਹ ਇੱਕ ਦੂਸਰੇ ਦੇ ਪੈਰਲਲ ਹੁੰਦੀਆਂ ਕਿਉਂਕਿ ਇਹਨਾਂ ਦੇ ਫੇਸਿਸ ਪੈਰਲਲ ਹੈ। पैरेलल कितना होनी, अगर आप लाइनों को एक्सटेंड कर लीजिए, ये लाइन है, ओके, इस लाइन को एक्सटेंड कर लीजिए, इस लाइन को एक्सटेंड कर लीजिए, इस लाइन को एक्सटेंड कर लीजिए, आप देखेंगे कि कते भी क्रॉस नहीं करनी है। दैट मीन्स दीज बोथ लाइन इंसिडेंट रे एंड इमर्जेंट रे एक दूसरे के पैरेलल है। बट प्रिज्म दे विच इदां नहीं हुंदा। क्यों नहीं हुंदा? क्योंकि प्रिज्म दियां ऑपोजिट सर्फेसिस इन्हां दे फेसिस जिहड़े आ दे आर नॉट पैरेलल टू ईच अदर, वो एक एंगल ते झुके हुए है, ओके। दोनों सरफेस एक एंगल ते झुकियां हुई, क्लियर। इसे लिए
इंसीडेंट रे ते इमरजेंट रे ਜਿਹੜੀਆਂ ਆ they are not parallel to each other. ओके कदे भी इंसीडेंट रे इमरजेंट रे ਦੇ पैरेलल नहीं ਹੁੰਦੀ दिस केस. क्यों नहीं ਹੁੰਦੀ? क्योंकि इस फेसेस एक दूजे ਦੇ पैरेलल नहीं. ओके पर इस एंगल ਤੇ ਇੱਕ ਝੁਕੇ ਹੋਏ ਆ और वो जिस एंगल ਤੇ ਝੁਕੇ ਹੋਏ ਆ that is known as angle of prism. ओके ਇਹਨੂੰ ਅਸੀਂ ਹੁਣ ਕਿਹੜਾ ਐਂਗਲ ਉਹਦੇ ਵਿੱਚ ਹੁਣ ਕਿਸ ਸਰਫੇਸ ਤੇ ਝੁਕੇ ਹੋਏ ਇਸ ਤੇ that mean ਆ ਐਂਗਲ ਜਿਹੜਾ ਬਣਿਆ ਇੱਕ ਐਂਗਲ ਬਣ ਗਿਆ ਇਹਨੂੰ ਆਪਾਂ ਕਹਿ ਦਿੰਦੇ ਆ ਕਿ ਇਹ ਐਂਗਲ ਆਫ ਪ੍ਰਿਜ਼ਮ ਹੈ. ठीक है ਜਿਹੜੇ ट्रायंगुलर ਸਰਫੇਸ ਦੀ ਟਿਪ ਹੋ ਸਕਦੀ ਦੇਖੋ ਇਹਨੂੰ ਆਪਾਂ ਘੁਮਾ ਸਕਦੇ ਜਿੱਧਰ ਮਰਜ਼ੀ ਕਰ ਲਈਏ ਆ ਟਿਪ ਹੋ ਜਾਏਗੀ ਆ ਟਿਪ ਹੋ ਗਈ ਆਪੋਜ਼ਿਟ ਸਰਫੇਸਿਸ ਵੀ ਰਹਿਣਗੇ ਆਪੋਜ਼ਿਟ ਫੇਸਿਸ ਵੀ ਰਹਿਣਗੇ ਔਰ ਇੱਕ एंगल हो जाएगा जिसके दोनों सर्फेसेस बैंडेड है झुकियां हुई हैं इंक्लाइंड है. ओके ਉਹਨੂੰ ਅਸੀਂ एंगल ऑफ प्रिज्म क्लियर. ਹੁਣ ਰਿਫਲੈਕਸ਼ਨ ਹੁੰਦੀ ਕਿਦਾਂ ਹੈ ਮੈਂ कहता ना ऑपोजिट फेसेस ਤੋਂ ਲਾਈਟ ਰਿਫਲੈਕਟ ਹੁੰਦੀ ਆ ਇਹ ਰਿਫਲੈਕਸ਼ਨ ਹੋਏਗੀ ਕਿਦਾਂ ਆਪਾਂ ਕੀ ਕਰਨਾ ਜਦੋਂ ਵੀ ਰਿਫਲੈਕਸ਼ਨ ਨੂੰ ਸ਼ੋ ਕਰਨਾ ਆਪਾਂ ਇਹਨੂੰ ਇਦਾਂ ਰੱਖਣਾ ਪ੍ਰਿਜ਼ਮ ਲਾਈਕ ਦਿਸ एक्टिविटी भी है साडे बुक के अकॉर्डिंगली मीनस एंगल ऑफ प्रिज्म ਨੂੰ ਟਿਪ ਜਿਹੜੀ ਉੱਪਰ ਰੱਖਣੀ ਹੈ ਜਿਸ ਸਰਫੇਸ ਤੋਂ ਇਨਕਲਾਈਨਡ ਹੈ ਉਹਨੂੰ ਆਪਾਂ ਉੱਪਰ ਰੱਖ ਕੇ ਆਪੋਜ਼ਿਟ ਫੇਸ ਓਕੇ ਐਕਟੀਵਿਟੀ ਤੁਸੀਂ ਕਰ ਸਕਦੇ ਇਦਾਂ ਇਹਨੂੰ ਪੇਪਰ ਦੇ ਉੱਪਰ ਰੱਖਦੇ ਆ ਮੈਂ ਤੁਹਾਨੂੰ ਜਿੱਦਾਂ ਪੇਪਰ ਤੇ ਉੱਪਰ ਕਰਦੇ ਹਾਂ ਉਹਦੇ ਅਕੋਰਡਿੰਗਲੀ ਕਰ ਦਿੰਦਾ ਕਿ ਆਪਾਂ ਜਦੋਂ ਪ੍ਰਿਜ਼ਮ ਨੂੰ ਆਪਾਂ ਪੇਪਰ ਦੇ ਉੱਪਰ ਰੱਖ ਕੇ ਆਪਾਂ ਡਰਾ ਕਰ ਲੈਣਾ ਲਾਈਕ ਦਿਸ. ओके प्रिज्म ਨੂੰ ਚੁੱਕ ਲਓ ਫਿਰ ओके प्रिज्म ਨੂੰ ਚੱਕ ਲਓ ਪਹਿਲਾਂ ਫਿਰ ਇੱਕ ਪਾਰਟਿਕੂਲਰ ਐਂਗਲ ਤੇ ਆਪਾਂ ਇੱਕ ਲਾਈਨ ਡਰਾ ਕਰਨੀ ਹੈ ਇਸ ਲਾਈਨ ਨੂੰ ਅਸੀਂ ਕਹਿੰਦੇ ਹਾਂ ਇਨਸੀਡੈਂਟ ਰੇ. ओके सपोज दिस इज ए बी ਇਹ a ਤੇ b ਜਿਹੜੀ ਆ ਇਹ ਇਨਸੀਡੈਂਟ ਰੇ ਹੈ. ओके ਜਦੋਂ ਆਪਾਂ ਉਹਨੂੰ ਪੇਪਰ ਤੇ ਡਰਾ ਕਰਨਾ ਇੱਕ ਡਰਾਇੰਗ ਬੋਰਡ ਲੈਣਾ ਉਹਦੇ ਉੱਪਰ ਪੇਪਰ ਨੂੰ ਅਟੈਚ ਕਰਨਾ ਉਹਦੇ ਉੱਪਰ ਪ੍ਰਿਜ਼ਮ ਡਰਾ ਕਰਨਾ ਫਿਰ ਲਾਈਨ ਮਾਰਨੀ ਆ ਇਹਦੇ ਉੱਪਰ ਦੋ ਅਸੀਂ ਪਿੰਸ ਲਗਾ ਸਕਦੇ ਹਾਂ. ਓਕੇ ਦੋ ਪਿੰਸ ਲਗਾ ਦਈਏ ਜਿਹੜੀਆਂ ਪੱਗ ਵਾਲੀਆਂ ਪਿੰਸ ਕਹਿ ਲਈਏ ਇਹਦੇ ਉੱਪਰ ਲਗਾਉਣ ਤੋਂ ਬਾਅਦ ਫਿਰ ਅਸੀਂ ਇਸ ਸਾਈਡ ਤੋਂ ਓਕੇ ਇਸ ਸਾਈਡ ਤੋਂ ਹੁਣ ਜਿੱਦਾਂ ਮੈਂ ਕਹਿਤਾ ਕਿ ਮੈਂ ਪ੍ਰਿਜ਼ਮ ਰੱਖਿਆ ਓਕੇ ਇੱਥੇ ਲਾਈਨ ਮਾਰ ਲਈ ਪਿੰਸ ਲਗਾਤੀਆਂ ਫਿਰ ਇਸ ਸਾਈਡ ਤੋਂ ਆਪਾਂ ਦੇਖਣਾ ਜਦੋਂ ਅਸੀਂ ਇਸ ਸਾਈਡ ਤੋਂ ਦੇਖਾਂਗੇ ਕੀ ਹੋਏਗਾ ਆਪਾਂ ਨੂੰ ਇਹ ਲੱਗੇਗਾ ਕਿ ਜਿਹੜੀ ਇਹ ਲਾਈਨ ਅਸੀਂ ਡਰਾ ਕੀਤੀ ਹੋਈ ਇਨਸੀਡੈਂਟ ਰੇ ਉਹ ਇਦਾਂ ਹੈ. ਓਕੇ ਫੀਲ ਹੋਏਗੀ ਐਕਚੁਅਲ ਤਾਂ ਨਹੀਂ ਹੈਗੀ ਨਾ ਇਦਾਂ ਸਾਨੂੰ ਹੋਏਗੀ ਜਦੋਂ ਇਹਦੇ ਵਿੱਚੋਂ ਆਪਾਂ ਦੇਖਦੇ that means रिफ्लेक्शन हो रही है ਇਹਦੇ ਵਿੱਚੋਂ ਲਾਈਟਮੈਂਟ ਹੋਈ ਸ਼ੋ ਹੋ ਰਹੀ ਹੈ. ओके अगर चलो आप ਇਹਨੂੰ ਰਸਤੇ ਨੂੰ ਅਗਰ ਆਪਾਂ ਅੱਗੇ ਮੂਵ ਕਰੀਏ ਹੁਣ ਇੱਥੇ ਕੀ ਹੋ ਰਿਹਾ ਮੈਂ ਤੁਹਾਨੂੰ ਕਹਿ ਰਿਹਾ this is air this is glass this is again air okay ਹੁਣ air ਆਪਾਂ ਪਹਿਲਾਂ ਵੀ ਕਰ ਚੁੱਕੇ air is the rarer medium ਬਿਰਲਾ ਮਾਧਿਅਮ ਹੈ that passes through glass is the denser medium और आप पढ़ चुके हैं when light moves from rarer medium to denser medium ਜਦੋਂ ਲਾਈਟ ਬਿਰਲੇ ਮਾਧਿਅਮ ਤੋਂ ਸੰਘਣੇ ਮਾਧਿਅਮ ਵੱਲ ਨੂੰ ਜਾਂਦੀ ਆ ਤਾਂ ਉਹ ਨਾਰਮਲ ਵੱਲ ਨੂੰ ਮੁੜਦੀ ਹੁਣ ਨਾਰਮਲ ਕਿੱਥੇ ਹੈ ਇੱਥੇ ਆ ਜਿਹੜੀ ਸਰਫੇਸ ਹੈ ਇਹਦੇ ਅਕੋਰਡਿੰਗਲੀ ਆਪਾਂ ਇੱਥੇ ਇੱਕ 90 ਡਿਗਰੀ ਦਾ ਐਂਗਲ ਬਣਾਉਣਾ ठीक 90 डिग्री का एंगल बनाया ओके 90 डिग्री का ਸਾਡੇ ਕੋਲ ਐਂਗਲ ਬਣ ਗਿਆ ਐਕਚੁਅਲ ਦੇ ਵਿੱਚ ਲਾਈਨ ਨੇ ਇਦਾਂ ਮੂਵ ਕਰਨਾ ਸੀ ਇਹਨੇ ਇਨਸੀਡੈਂਟ ਰੇ ਲਾਈਕ ਦਿਸ ਬਟ ਅਕੋਰਡਿੰਗ ਟੂ ਰਿਫਰੈਕਸ਼ਨ ਕਿ ਰਿਫਰੈਕਸ਼ਨ ਹੋਈ ਕੀ ਹੋਣਾ ਇਹਨੇ ਨਾਰਮਲ ਵੱਲ ਨੂੰ ਬੈਂਡ ਕਰਨਾ ਵੈਨ ਲਾਈਟ ਪਾਸਿਸ ਫਰੋਮ ਰੇਅਰ ਮੀਡੀਅਮ ਟੂ ਡੈਂਸਰ ਮੀਡੀਅਮ ਉਹਨੇ ਨਾਰਮਲ ਵੱਲ ਨੂੰ ਮੂਵ ਕਰਨਾ ਇੱਧਰ like
लाइक दिस। ओके, सीधी नहीं गई, ये नॉर्मल नू मूव कर दी। मूव करन तो बाद ग्लास दे विचों मूव कीती, ओके नॉर्मल वाल नू हो गई, प्रिज्म दे दूजे फेस ते पहुंच गई, इत्थों गई इस फेस ते पहुंच गई। नाउ ऑन दिस फेस हुण ग्लास लाइट ने कित्थों मूव करना, फ्रॉम डेंसर मीडियम टू रेयर मीडियम, डेंसर मीडियम टू रेयर मीडियम। देन व्हाट विल हैपन, इट विल मूव अवे फ्रॉम नॉर्मल। हुण नॉर्मल फिर इत्थे ड्रॉ करांगे आपां, हाउ अगेन इस सरफेस दे उपर आपां 90 डिग्री एंगल बनावांगे। ओके, की होएगी एक्चुअल दे विच लाइट नूं इदां मूव करना चाहिए, बट इदां नहीं मूव करना, अवे फ्रॉम नॉर्मल। ये लाइट जिहड़ी आ इदां मूव करनी, जो आप एक्टिविटी करनी है आप बिचों देख के पिन लगानी है, इत्थे फिर 2 पिन इत्थे लगानी, तीसरी पिन लगावांगे बिचों देख के बिल्कुल उहदी स्ट्रेट लाइन च, फिर चौथी पिन लगावांगे बिल्कुल उहदी स्ट्रेट लाइन च। इस साइड तो देखांगे, इस साइड तो देखांगे, सानूं लगेगा कि चारों दी चारों पिन जिहड़ियां बिल्कुल स्ट्रेट लाइन च पईयां, बट एक्चुअल च नहीं हुंदियां, क्योंकि दिस इज रिफ्रैक्शन। क्लियर? सो नाउ दिस इज इंसिडेंट रे, दिस इज refracted ray, this is emergent ray. Okay, so incident ray, refracted ray, emergent ray. Now incident ray is not parallel to refracted ray because their opposite faces are not parallel to each other. Clear? एक और इंपॉर्टेंट चीज है कि जदों आप इस लाइन को एक्सटेंड कर देंगे, हाँ मैं लाइन एक्सटेंड की, मैं वो एक्सटेंड कर देना। सपोज दिस इज ए सी, ए बी सी, इनू आप सी मान लीजिए, इनू आप डी मान लीजिए, ओके, और इनू सी मान लेंगे। ये केड़ी लाइन है, ई केड़ी आ, मैं इंसिडेंट रे नू एक्सटेंड कर दिता, बेंडिंग के तौर पर नहीं, जी बेंड की उन्होंने, जी एक्चुअल के पाथ, एक्चुअल च पाथ होना चाहिए सी, अगर एक ग्लास ना होंदा, ओके, फिर तो स्ट्रेट जाना सी। ओके, इदा ही जी इमरजेंट रे आ, उन्होंने भी मैं एक्सटेंड कर दिता, एक पॉइंट ते मिल गई, दिस इज अ पॉइंट, आ जो एंगल बनता बेटा, दिस एंगल, जी इंसिडेंट रे विद रिस्पेक्ट टू इमरजेंट रे बनाती है, दिस एंगल इज नोन एज एंगल ऑफ डेविएशन। ठीक है, इनू से कहने एंगल ऑफ डेविएशन, या पंजाबी च कहने विचलन कोण, ये विचलन कोण बन गया। क्लियर? सो एंगल ऑफ डेविएशन को आप कहांगे कि द एंगल बिटवीन इंसिडेंट रे एंड इमरजेंट रे इज कॉल्ड एंगल ऑफ डेविएशन। ओके, इथों एक क्लियर हो जाता। क्लियर? सो दिस इज द रिफ्रैक्शन ऑफ लाइट थ्रू ए ग्लास प्रिज्म। क्लियर? सो ग्लास प्रिज्म की है, हाउ द रिफ्रैक्शन प्लेस थ्रू द ग्लास प्रिज्म, ਇਹਦੇ ਨਾਲ ਜਿਹੜਾ ਸਾਡਾ ਇਹ ਕਨਸੈਪਟ ਜਿਹੜਾ ਆ ਉਹ ਕਲੀਅਰ ਹੁੰਦਾ। ਇਹਨੂੰ ਆਪਾਂ ਐਕਟੀਵਿਟੀ ਦੇ ਫਾਰਮ ਦੇ ਵਿੱਚ ਬਹੁਤ ਵਧੀਆ ਆਪਾਂ ਇਹਨੂੰ ਐਕਸਪਲੇਨ ਕਰ ਸਕਦੇ। ਓਕੇ, ਹੁਣ ਇੱਕ ਸਿੰਪਲ ਐਕਟੀਵਿਟੀ ਹੈ, ਐਕਟੀਵਿਟੀ ਕਰਕੇ ਆਪਾਂ ਦੇਖ ਸਕਦੇ ਹਾਂ ਕਿ ਜਿਹੜੀ ਐਕਚੁਅਲ ਚ ਵਾਈਟ ਲਾਈਟ ਹੈ ਨਾ, ਜੋ ਵਾਈਟ ਲਾਈਟ ਹੈ ਫॉर एग्जांपल सन ਦੀ ਲਾਈਟ, ਓਕੇ, ਆਪਾਂ ਦੇਖਦੇ ਹਾਂ ਆਫਟਰ ਰੇਨ ਨਾ, ਕਈ ਵਾਰ ਸਾਨੂੰ ਅਸਮਾਨ ਦੇ ਵਿੱਚ 7 ਕਲਰਸ ਦੀ ਇੱਕ ਰੇਨਬੋ ਨਜ਼ਰ ਆਉਂਦਾ ਨਾ। ਉਹ ਰੇਨਬੋ ਕਿਉਂ ਨਜ਼ਰ ਆਉਂਦਾ? ਉਹ ਇੱਕ ਹੋਰ ਲਾਈਟ ਦਾ ਪ੍ਰੋਪਰਟੀ ਆ, that is known as dispersion of light. Okay, dispersion of light. ठीक है, प्रकाश का वर्ण बखेपण, तो पंजाबी च कहते हैं डिस्पर्शन ऑफ लाइट की हुंदा, वर्ण बखेपण। कुछ की करना आपां बिल्कुल ब्राइट लाइट दे विच, ब्राइट लाइट दे विच आपां देखदे हां कि आपां प्रिज्म नूं अगर
ਧੁੱਪ ਦੇ ਵਿੱਚ ਜਾ ਕੇ ਸਨਲਾਈਟ ਦੇ ਵਿੱਚ ਜਾ ਕੇ ਆਪਾਂ ਅੱਗੇ ਰੱਖਦੇ ਹਾਂ ਤਾਂ ਆਪਾਂ ਦੇਖਾਂਗੇ ਇੱਕ ਸਰਫੇਸ ਤੋਂ ਅਗਰ ਤੇ ਇਹਦੇ ਵਿੱਚੋਂ ਮੂਵ ਹੁੰਦੇ ਹੋਏ 7 ਕਲਰਸ ਦੇ ਵਿੱਚ ਬ੍ਰੇਕਅਪ ਹੋ ਜਾਂਦੀ ਉਹ 7 ਕਲਰਸ ਦਾ ਸਾਨੂੰ ਇੱਕ ਰੇਨਬੋ ਜਿਹੜਾ ਆ ਉਹ ਨਜ਼ਰ ਆਉਂਦਾ ਰੇਨਬੋ ਨਹੀਂ ਹੁਣ ਆਪਾਂ ਇਹਨੂੰ ਕਵਾਂਗੇ ਜਿਹੜਾ ਇੱਥੇ ਬਣੇਗਾ ਉਹਨੂੰ ਆਪਾਂ ਕਵਾਂਗੇ ਸਪੈਕਟਰਮ ਕਿੱਦਾਂ ਸਪੈਕਟਰਮ ਬਣਦਾ मैं कहता है कि दिस इज प्रिज्म ओके प्रिज्म ਦੇ ਵਿੱਚ ਇੱਕ ਵਾਈਟ ਪ੍ਰਕਾਸ਼ ਚਿੱਟਾ ਪ੍ਰਕਾਸ਼ ਸਨਲਾਈਟ ਤੋਂ ਇਹ ਇੱਥੇ ਆਇਆ ਔਰ ਆਪਾਂ ਨੂੰ ਪਤਾ ਹੈ ਕਿ ਜਿਹੜਾ ਵਾਈਟ ਕਲਰ ਹੈ that is not actually white light ਹੈ that is not actually white that consists of many colors ਉਹਦੇ ਵਿੱਚ 7 ਕਲਰਸ ਹੈ ਓਕੇ ਔਰ ਜਦੋਂ ਪ੍ਰਿਜ਼ਮ ਦੇ ਵਿੱਚੋਂ ਲਾਈਟ ਰਿਫਰੈਕਟ ਹੁੰਦੀ ਹੈ रिफ्रैक्ट होती है तो 7 कलर्स ਦੇ ਵਿੱਚ ब्रेकअप हो जाती ओके और जो 7 कलर ਦਾ एक बैंड बन ਜਾਂਦਾ 7 कलर ਦਾ बैंड बन ਜਾਂਦਾ this is known as spectrum 7 कलर्स ਕਿਹੜੇ ਆ ਇੱਕ ਵਰਡ ਯਾਦ ਰੱਖਣਾ ਵਿਵਗਿਓ V for violet, I for indigo, again B, this is B for blue, green, yellow, orange and red. इस 7 कलर का एक बैंड आप देख सकते हैं थ्रू ओके इस 7 कलर के बैंड को आप कहते हैं दिस इज स्पैक्ट्रम ओके ਹੁਣ स्पैक्ट्रम क्यों बनता दिस इज आल्सो क्वेश्चन एक्चुअल ਦੇ ਵਿੱਚ ਜਿਹੜਾ ਵਾਈਟ ਲਾਈਟ ਹੈ ਨਾ 7 ਕਲਰ ਦੀ ਬਣੀ ਹੋਈ ਆ ਔਰ ਹਰੇਕ ਕਲਰ ਦੀ ਬੈਂਡਿੰਗ ਟੈਂਡੈਂਸੀ ਜਿਹੜੀ ਆ ਉਹ ਡਿਫਰੈਂਟ ਹੁੰਦੀ ਹੈ ਆਪੇ ਕਹਿ ਲਈਏ ਕਿ ਸਭ ਤੋਂ ਉੱਪਰ ਰੈੱਡ ਕਲਰ ਬਣਦਾ ਤਾਂ ਰੈੱਡ ਕਲਰ ਜਿਹੜਾ ਹੈ ਉਹਦੀ ਸਪੀਡ ਜ਼ਿਆਦਾ ਆ ਓਕੇ ਜਿਹੜੀ ਜ਼ਿਆਦਾ ਸਪੀਡ ਹੈ ਉਹ ਫਾਸਟਲੀ ਨਿਕਲ ਜਾਣਾ ਜਿਹਦੀ ਘੱਟ ਸਪੀਡ ਹੈ ਉਹਨੇ ਸਲੋਲੀ ਮੂਵ ਕਰਨਾ ਓਕੇ ਹੁਣ ਜਿਹੜਾ ਫਾਸਟ ਨਿਕਲ ਜਾਊਗਾ ਉਹ ਬੈਂਡਿੰਗ ਘੱਟ ਹੋਏਗੀ ਓਕੇ ਸੋ ਆਪਾਂ ਕਹਾਂਗੇ ਜਿਹੜਾ ਵਾਈਟ ਲਾਈਟ ਹੈ 7 कलर ਦਾ ਆ ਰੈੱਡ ਕਲਰ ਦੀ ਸਪੀਡ ਜ਼ਿਆਦਾ ਆ ਇਸ ਲਈ ਉਹ ਘੱਟ ਬੈਂਡ ਹੁੰਦਾ ਵਾਇਲਟ ਦੀ ਸਭ ਤੋਂ ਘੱਟ ਹੈ ਇਸ ਲਈ ਉਹ ਸਭ ਤੋਂ ਜ਼ਿਆਦਾ ਜਿਹੜਾ ਆ ਬੈਂਡ ਹੁੰਦਾ ਓਕੇ ਦੋ ਗੱਲਾਂ ਆਪਾਂ ਹੋਰ ਕਹਿ ਸਕਦੇ ਹਾਂ ਫ੍ਰੀਕੁਐਂਸੀ ਐਂਡ ਵੇਵਲੈਂਥ ਅਗਰ ਆਪਾਂ ਫ੍ਰੀਕੁਐਂਸੀ ਜਾਂ ਵੇਵਲੈਂਥ ਦੀ ਗੱਲ ਕਰੀਏ ਤਾਂ ਅਗਰ ਆਪਾਂ ਇਹਨੂੰ ਇਨਕਰੀਜ਼ਿੰਗ ਫ੍ਰੀਕੁਐਂਸੀ ਦੇ ਬੇਸ ਤੇ ਦੇਖੀਏ ਇਨਕਰੀਜ਼ਿੰਗ ਫ੍ਰੀਕੁਐਂਸੀ इंक्रीजिंग ऊपर सब तो घट है रेड की फ्रीकुएंसी लीस्ट है वायलेट की फ्रीकुएंसी मोस्ट है सब तो ज्यादा है ओके वेवलेंथ की गल करिए उल्टा दियो फ्रीकुएंसी नो बिकॉज दे आर इनवर्सली प्रोपोर्शनल टू ओके इंक्रीजिंग फ्रीकुएंसी है तो डिक्रीजिंग वेवलेंथ होएगी ओके दैट मीन रेड की वेवलेंथ सब तो ज्यादा है तो वायलेट की वेवलेंथ सब तो घट है ਉਹਦੇ ਅਕੋਰਡਿੰਗਲੀ ਸਾਡੇ ਕੋਲ ਇਹ 7 ਕਲਰ ਦਾ ਇੱਕ ਸਪੈਕਟਰਮ ਬਣਦਾ ਓਕੇ ਉਹਦੇ ਲਈ ਆਪਾਂ ਐਕਟੀਵਿਟੀ ਪਰਫਾਰਮ ਕਰਕੇ ਦੇਖਦੇ ਦੇਖੋ ਬੇਟਾ ਆ ਇੱਕ ਸਪੈਕਟਰਮ ਜਿਹੜਾ ਆ ਉਹ ਬਣ ਰਿਹਾ ਬਾਈ ਦਾ ਡਿਸਪਰਸ਼ਨ ਆਫ ਲਾਈਟ ਉਹਦੇ ਮੈਂ ਇੱਕ ਪ੍ਰਿਜ਼ਮ ਲਿਆ ਹੋਇਆ ਦੇਖੋ ਔਰ ਵਾਈਟ ਲਾਈਟ ਜਿਹੜੀ ਆ ਸੂਰਜ ਦੀ ਸਨਲਾਈਟ ਦੇ ਨਾਲ ਇਹ ਜਿਹੜਾ ਸਪੈਕਟਰਮ ਹੈ 7 ਕਲਰਸ ਦਾ ਬੜਾ ਕਲੀਅਰ ਬਣ ਰਿਹਾ बेटा इस एक्टिविटी ਦੇ ਵਿੱਚ ਆਪਾਂ ਦੇਖੋ 7 ਕਲਰ ਦਾ ਉਹ ਜਿਹੜਾ ਸਪੈਕਟਰਮ ਬਣਿਆ ਉਹ ਦੇਖ ਸਕਦੇ ਮੈਂ ਪਹਿਲਾਂ ਤੁਹਾਨੂੰ ਸ਼ਾਇਦ ਗੱਲ ਕਰਨੀ ਭੁੱਲ ਗਿਆ ਕਿ ਜਿਹੜੀ ਡਿਸਪਰਸ਼ਨ ਹੈ ਆਫ ਲਾਈਟ ਹੈ ਇਹ ਜੋ ਐਕਸਪੈਰੀਮੈਂਟ ਹੈ ਇਹ ਸਭ ਤੋਂ ਪਹਿਲਾਂ ਇਸਾਕ ਨਿਊਟਨ ਨੇ ਕੀਤਾ ਸੀ ਇਨ 1665 ਉਹਨਾਂ ਨੇ ਸਾਰਾ ਕੁਝ ਦੱਸਿਆ ਸਾਨੂੰ ਕਿ ਕਿਵੇਂ ਜਿਹੜੀ ਆ ਡਿਸਪਰਸ਼ਨ ਹੁੰਦੀ ਲਾਈਟ ਦੀ ਔਰ ਸਪੈਕਟਰਮ ਜਦੋਂ ਉਹਨਾਂ ਨੇ ਸਾਰਾ ਕੁਝ ਕਰ ਲਿਆ ਉਹਨਾਂ ਨੇ ਫਿਰ ਇੱਕ ਚੀਜ਼ ਨੂੰ ਹੋਰ ਫੀਲ ਕੀਤਾ ਪ੍ਰੈਕਟੀਕਲ ਕੀਤਾ ਕਿ ਅਗਰ ਇਹ 7 ਕਲਰ ਦਾ ਬੈਂਡ ਤਾਂ ਬਣ ਗਿਆ ਸਾਡੇ ਕੋਲ ਓਕੇ ਅਗਰ ਇਹਦੇ 7 ਕਲਰਸ ਦੇ ਅੱਗੇ ਆਪਾਂ ਇੱਕ ਹੋਰ ਪ੍ਰਿਜ਼ਮ ਰੱਖ ਦਈਏ what in opposite direction opposite 7 ਕਲਰ ਜਿਹੜਾ ਆ ਉਹ ਆ ਕੇ ਇੱਕ ਹੋਰ ਪ੍ਰਿਜ਼ਮ ਦੇ ਨਾਲ
टकराए। ओके, ਇਹਦੇ ਵਿੱਚੋਂ भी अपनी रिफ्रैक्शन हुई और उन्होंने देखा कि वो वापस जिहड़ा आ वो वाइट लाइट्स फिर बदल जाता। मीनस जिहड़ा डिस्पर्शन हुई सी अगर इनू उल्टा रख दईए, प्रिज्म नू उल्टा के रख दईए तो डिस्पर्शन जिहड़ी वापस वाइट लाइट तो वापस वाइट लाइट बन जाती है। ओके, सो ये बड़ा इंपॉर्टेंट एक पॉइंट सी सानू जो इसाक न्यूटन जी ने क्लीयर किया। क्लीयर। ਹੁਣ एक लास्ट गल है ना रिलेटेड, दैट इज अबाउट द रेनबो। रेनबो की आ ਆਪਾਂ ਦੇਖਦੇ ਹਾਂ ਕਿ ਆਫਟਰ ਰੇਨ, ਬਾਰਿਸ਼ ਤੋਂ ਬਾਅਦ ਕਈ ਵਾਰ ਜਦੋਂ ਧੁੱਪ ਨਿਕਲਦੀ ਹੈ ਨਾ ਤਾਂ ਸਾਨੂੰ ਰੇਨਬੋ ਨਜ਼ਰ ਆਉਂਦਾ। ਰੇਨਬੋ ਮੀਨ ਬੈਂਡ ਆਫ 7 ਕਲਰਸ, ਉਹੀ ਕਲਰਸ ਹੁੰਦੇ ਬਿਟ ਕਿਉਰ। ਓਕੇ, ਬਿਟ ਕਿਉਰ ਜਿਹੜਾ ਆ ਪੈਟਰਨ ਕਲਰਸ ਆ ਹੀ ਰਹਿੰਦਾ। ਬਟ ਹੁਣ बारिश तो बाद सानू रेनबो आसमान च कितना नजर आता कि उत्थे प्रिजम्स लगे हुए हैं। दिस इज द क्वेश्चन। एक्चुअल दे विच आफ्टर रेन जदों सूरज निकलदा तां हवा दे विच एटमोसफेयर दे विच बहुत सारे वाटर दे ड्रॉप्स जिहड़े आ, बहुत सारे ड्रॉपलेट्स जिहड़े आ वो मौजूद है। और जदों सनलाइट निकलदी आ तां वो सन दी लाइट्स सन दी लाइट जदों उन्हां ड्रॉप्स दे विचों निकलदी है तो उत्थे भी डिस्पर्शन हुंदी लाइट। ओके, दैट मीनस आप कह सकते हैं कि जो रेन ड्रॉप्स है दे बिहेव लाइक ए मैगनेट, सॉरी बिहेव लाइक ए प्रिज्म। ओके, वो जो वाटर ड्रॉप्स है वो एक प्रिज्म की तरह एक्ट करते हैं। ठीक है, हरेक ड्रॉपलेट जिहड़ा आ वो एक टाइनी प्रिज्म वांगू एक्ट करता। ओके, और ਉਹਦੇ ਵਿੱਚੋਂ ਜਦੋਂ ਜਿਹੜੀ वाइट लाइट है वो पास ਹੁੰਦੀ ਆ ਤਾਂ ਉਹਦਾ ਵੀ ਡਿਸਪਰਸ਼ਨ ਹੁੰਦਾ। ਓਕੇ, ਕਿੱਦਾਂ ਡਿਸਪਰਸ਼ਨ ਹੁੰਦਾ? ਮੰਨ ਲਓ ਦਿਸ ਇਜ਼ ਵਾਟਰ ਡ੍ਰੌਪ। ਓਕੇ, ਵਾਈਟ ਲਾਈਟ ਆਈ, ਵਾਟਰ ਡ੍ਰੌਪ ਦੇ ਵਿੱਚ ਉਹ ਐਂਟਰ ਕੀਤੀ ਤਾਂ ਇਸ ਸਰਫੇਸ ਤੋਂ ਮੈਂ ਇਹਨੂੰ B ਸਰਫੇਸ ਮੰਨ ਲਿਆ, A ਤੋਂ ਇਹ ਲਾਈਟ ਆ ਰਹੀ, ਇੰਸੀਡੈਂਟ ਰੇ ਆ ਰਹੀ ਹੈ ਨਾ, सन ਤੋਂ ਆ ਰਹੀ ਹੈ। ओके, और ये लाइट जो इत्थों वाटर ड्रॉप दे विच एंटर करती आ तां इत्थे की हुंदा? इत्थे रिफ्रैक्शन भी हुंदा ते डिस्पर्शन भी हुंदा। मतलब प्रकाश का अपवर्तन भी हुंदा ते प्रकाश का वर्ण विक्षेपण भी। इत्थे की हुंदा? रिफ्रैक्शन होण दे नाल नाल इत्थे एक होर इंपॉर्टेंट गल है कि इत्थे टोटल इंटरनल रिफ्लैक्शन हुंदी है। रिफ्लैक्शन गल दा ध्यान रखना, टोटल इंटरनल रिफ्लैक्शन ऑफ स्पैक्ट्रम। कोई स्पैक्ट्रम तो इहदे विच बन गया, जदों लाइट रिफ्लैक्ट हुई तो स्पैक्ट्रम बन गया। बट स्पैक्ट्रम दी टोटल इंटरनल रिफ्लैक्शन हुंदी है। मीनस इधर नहीं आप मूव करवाना, इतों भी मूव कर गया तो रिफ्रैक्शन हो गई है ना। इस सरफेस तो अगर बाहर निकल गया दैट इज रिफ्रैक्शन। ओके, रिफ्लैक्शन मीन बेंडिंग बैक। सो इतों बेंडिंग बैक हो जाती है लाइट की। इन्हों आप कहता टोटल इंटरनल रिफ्रैक्शन। टोटल इंटरनल रिफ्लैक्शन होंगी। ओके, और उस तो बाद जब इस सरफेस तो बाहर निकलती है लाइट, इतने फिर रिफ्रैक्शन होंगी। कितना होंदा डिटेल दे विच आपां चलो बड़ी क्लासां डिस्कस करांगे। ठीक है, सो टोटली की होया कि रिफ्रैक्शन हुई, रिफ्रैक्शन बाद डिस्पर्शन हुई और इस सरफेस तो टोटल इंटरनल रिफ्रैक्शन हो गई स्पैक्ट्रम दी। और इत्थे जिहड़ा सानू ओही 7 कलर दा जो रेनबो आ वो नज़र आउंदा। नीचे उहदे वायलेट कलर हुंदा ते उपर उहदे रेड कलर हुंदा। ठीक है, और जी आसमान के आप कहते एटमोसफेयर के रेनबो शो हो रहा उतों एक क्लीयर हो जाता कि दैट मीन जी वाइट लाइट है, दैट मीन सन लाइट है, दैट कंसिस्ट ऑफ 7 कलर्स। ओके, और आप जो सूरज निकलता उदों देखा। ओके, और मेन चीज़ यही है कि जोड़ा
वो वाटर ड्रॉप्स है, रेन ड्रॉप्स है, दे बिहेव लाइक प्रिज्म। और ਉਹਦੇ ਵਿੱਚੋਂ रिफ्रैक्शन एज वेल डिस्पर्शन नाल ये याद रखना कि टोटल इंटरनल रिफ्रैक्शन होंदी आ, टोटल इंटरनल रिफ्लैक्शन होंदी आ स्पैक्ट्रम दी। और ਉਹਦੇ ਨਾਲ ਜਿਹੜਾ ਸਾਨੂੰ 7 कलर्स ਦਾ रेनबो ਜਿਹੜਾ ਆ ਉਹ ਨਜ਼ਰ ਆਉਂਦਾ। क्लियर? सो दिस वाज ऑल अबाउट द रिफ्रैक्शन ऑफ लाइट थ्रू ए ग्लास प्रिज्म और वो जो नेचर ਦੇ ਵਿੱਚ ਕੁਝ ਫਿਨੋਮੀਨਾਸ ਉਹਨਾਂ ਨਾਲ ਰਿਲੇਟਡ ਹੈ। सो नैक्सट ਜਿਹੜਾ ਆਪਾਂ टॉपिक है वो आप नैक्सट लैक्चर के डिस्कस करेंगे। थैंक यू, हैव ए नाइस डे।